ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪੂਰਵ ਪ੍ਰਧਾਨ ਮਨਜੀਤ ਸਿੰਘ ਜੀ ਕੇ ਅੱਜ ਅੰਮ੍ਰਿਤਸਰ ਪੁੱਜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੱਥਾ ਟੇਕਣਾ ਜੀ, ਕੀ ਕਹੋਗੇ? मैं गुरु महाराज के चरणों 'ਚ नतमस्तक होना है। ਅਸੀਂ ਕੱਲ੍ਹ ਬਹੁਤ ਵੱਡਾ ਦਿਨ ਸੀ, ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀਗਾ ਔਰ ਅੱਜ ਗੁਰੂ ਅਰਜਨ ਪਾਤਸ਼ਾਹ ਦਾ ਦਿਨ ਹੈ। ਮੈਂ ਸਮਝਦਾ ਵਾਂ ਕਿ ਗੁਰੂ ਅੱਗੇ ਨਤਮਸਤਕ ਹੋਣ ਆਏ ਹਾਂ, ਪਰਿਵਾਰ ਲਈ ਦੁਨੀਆ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਹਾਂ। ਦਿੱਲੀ ਕਮੇਟੀ ਦੇ ਪ੍ਰਧਾਨ 2 ਮਹੀਨੇ ਵਾਸਤੇ ਕੁਆਰੰਟਾਈਨ ਹੋਏ ਨੇ, ਕਿਸ ਤਰ੍ਹਾਂ ਦੇਖਦੇ ਹੋ? ਮੈਂ ਸਮਝਦਾ ਵਾਂ ਕਿ ਹਲੇ ਤੱਕ ਟਰੰਪ ਦੇ ਕੋਲੋਂ ਜਾਂ ਪੁਟਿਨ ਕੋਲੋਂ ਜਾਂ ਮੋਦੀ ਕੋਲੋਂ ਮੈਂ ਨਹੀਂ ਸੁਣਿਆ ਕਿ ਕਿਸੇ ਨੂੰ ਇਹ ਪਤਾ ਹੋਵੇ ਕਿ 2 ਮਹੀਨੇ ਵਾਸਤੇ ਕੋਈ ਕੁਆਰੰਟਾਈਨ ਹੁੰਦਾ ਹੈ। ਕੁਆਰੰਟਾਈਨ 14 ਦਿਨ ਦਾ ਜਾਂ 15 ਦਿਨ ਦਾ ਹੁੰਦਾ, ਜੇ ਉਹਦੇ ਬਾਅਦ ਕੋਈ ਰਵੇ ਕੰਪਲੀਕੇਸ਼ਨ ਹਫਤਾ ਹੋਰ ਹੋ ਸਕਦਾ। ਕਿਹੜਾ ਥਰਮਾਮੀਟਰ ਉਹਨਾਂ ਕੋਲ ਜਿਹੜਾ ਕਹਿੰਦਾ ਕਿ 2 ਮਹੀਨੇ ਮੈਂ ਕੁਆਰੰਟਾਈਨ ਹੋ ਰਿਹਾ ਵਾਂ। ਹੁਣ ਇਸ 'ਤੇ ਸ਼ੱਕ ਹੁੰਦਾ ਕਿ ਉਹਨਾਂ ਨੂੰ ਕੁਝ ਹੋਇਆ ਵੀ ਹੈ ਕਿ ਨਹੀਂ ਹੋਇਆ, ਜਾਂ ਕੋਈ ਪੋਲੀਟੀਕਲ ਕੰਪਲਸ਼ਨ ਹੈਗੀ ਹੈ ਜਾਂ ਕੋਈ ਹੋਰ ਉਹਨਾਂ ਦਾ ਆਪਸੀ ਕੋਈ ਐਸੀ ਗੱਲ ਹੈਗੀ ਜਿਹਦੇ ਕਰਕੇ ਉਹ ਘਰ ਬੈਠੇ ਆ। ਅਫਵਾਹਾਂ ਬਹੁਤ ਨੇ ਬਾਜ਼ਾਰ, ਅਫਵਾਹਾਂ ਬਹੁਤ ਨੇ। ਅਫਵਾਹਾਂ ਇੰਨੀਆਂ ਵੱਡੀਆਂ ਨੇ ਕਿ ਜਿਹੜੀਆਂ ਬੋਲੀਆਂ ਵੀ ਨਹੀਂ ਜਾ ਸਕਦੀਆਂ। ਪਰ ਮੈਂ ਸਮਝਦਾ ਕਿ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਇਹ ਤੇ ਜਾਂ ਸਾਰ ਸੁਖਬੀਰ ਸਿੰਘ ਬਾਦਲ ਕਲੀਅਰ ਕਰਨ ਜਾਂ ਸਾਰ ਮਨਜਿੰਦਰ ਸਿੰਘ ਸਰਸਾ ਕਲੀਅਰ ਕਰਨ। ਕੁਆਰੰਟਾਈਨ ਸ਼ਬਦ ਦੇ ਨਾ 2 ਹਿੱਸੇ ਨਿਕਲਦੇ ਆ, ਇੱਕ ਮੈਡੀਕਲ ਕੁਆਰੰਟਾਈਨ ਦੇ ਵਿੱਚ ਆਉਂਦਾ ਵਾ ਤੇ ਇੱਕ ਪੋਲੀਟੀਕਲ ਕੁਆਰੰਟਾਈਨ ਆਉਂਦਾ ਵਾ। ਤੁਸੀਂ ਕਿਹੜਾ ਕੁਆਰੰਟਾਈਨ ਹੈ? ਮੇਰੇ ਹਿਸਾਬ ਨਾਲ ਇਹ ਪੋਲੀਟੀਕਲ ਅਗਿਆਤਵਾਸ ਹੈ। ਇਹ ਕੋਈ ਨਾ ਕੋਈ ਵਜ੍ਹਾ ਇਹਦੇ ਪਿੱਛੇ ਹੈਗੀ ਹੈ, ਨਹੀਂ ਤੇ ਕਦੀ ਵੀ ਕੋਈ ਬੰਦਾ 2 ਮਹੀਨੇ ਦਾ ਕੁਆਰੰਟਾਈਨ ਨਹੀਂ ਕਹਿੰਦਾ। ਇਹ ਕਹਿੰਦੇ ਮੇਰੀ ਤਬੀਅਤ ਠੀਕ ਨਹੀਂ ਔਰ ਮੈਂ ਕੁਆਰੰਟਾਈਨ ਹੋਇਆ, ਗੱਲ ਠੀਕ ਸੀਗੀ। ਜਦੋਂ ਤੁਸੀਂ ਇੱਕ ਨਿਸ਼ਚਿਤ ਕਰ ਦਿੱਤਾ ਹੈ ਕਿ ਮੈਂ ਅਕਤੂਬਰ ਦੇ ਮਹੀਨੇ ਤੱਕ, ਉਹ ਵੀ ਟੈਸਟ ਤੋਂ ਬਾਅਦ ਹੁੰਦਾ ਔਰ ਹਾਂ ਟੈਸਟ ਤੋਂ ਬਾਅਦ, ਤੇ ਟੈਸਟ ਤੋਂ ਬਾਅਦ ਜਿਹੜੇ ਵੀ ਅੱਜ ਤੱਕ ਅਸੀਂ ਨਹੀਂ ਸੁਣਿਆ ਦੁਨੀਆ 'ਚ ਲੱਖਾਂ ਬੰਦਾ ਮਰ ਚੁੱਕਾ, ਲੱਖਾਂ ਲੈਬੋਰਟਰੀਆਂ ਟੈਸਟ ਕਰਨ ਲੱਗੀਆਂ ਹੋਈਆਂ ਨੇ, ਕਿਸੇ ਨੇ ਇਹ ਚੀਜ਼ ਇਜਾਦ ਨਹੀਂ ਕੀਤੀ ਜੋ ਉਹਨਾਂ ਨੇ ਕਹੀ ਹੈ। ਪਰ ਉਹ ਟੈਸਟ ਕਰਾ ਉਹ ਵੀ ਪੋਲੀਟੀਕਲ ਹੈ ਕਿ ਉਹ ਮੈਡੀਕਲ ਹੈ? ਇਹ ਮੈਂ ਨਹੀਂ ਕਹਿ ਸਕਦਾ, ਇਹ ਮੇਰਾ ਖਿਆਲ ਅਸੀਂ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ। ਲੇਕਿਨ ਇਹ ਸਾਰੇ ਇਸ਼ਾਰੇ ਪੋਲੀਟੀਕਲ ਵਾਲੇ ਪਾਸੇ ਹੀ ਜਾ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 267 ਪਾਵਨ ਸਰੂਪਾਂ ਦੇ ਮਾਮਲੇ ਵਿੱਚ 1 ਮਹੀਨੇ ਦੇ ਵਿੱਚ ਰਿਪੋਰਟ ਤਿਆਰ ਹੋਣੀ ਸੀ, ਲੇਕਿਨ 1 ਮਹੀਨਾ ਪੂਰਾ ਹੋ ਚੁੱਕਾ, ਰਿਪੋਰਟ ਨਹੀਂ ਹਲੇ ਆਈ। ਦੇਖੋ SGPC ਜਿਹੜੀ ਹੈ ਉਹਨੇ ਕਈ ਕਮੇਟੀਆਂ ਬਣਾਈਆਂ, ਕਿਸੇ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ, ਹਰੇਕ ਨੂੰ ਠੰਡੇ ਬਸਤੇ 'ਚ ਪਾਇਆ ਜਾਂਦਾ। ਇਸ ਤੋਂ ਪਹਿਲੇ ਕਿੱਡਾ ਵੱਡਾ ਮਸਲਾ ਹੋਇਆ ਸੀਗਾ ਕਿ ਸਰ ਸੁਖਬੀਰ ਸਿੰਘ ਬਾਦਲ ਡੈਪੂਟੇਸ਼ਨ ਲੈ ਕੇ ਗਏ ਸੀ ਹੋਮ ਮਿਨਿਸਟਰ ਕੋਲ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ 'ਚੋਂ ਇੱਥੋਂ ਦੀ ਸਮਾਨ ਸਾਰੇ ਸਰੂਪ ਔਰ ਹੱਥ ਲਿਖਤ ਹੁਕਮਨਾਮੇ ਲੈ ਕੇ ਗਏ ਸੀ ਕਿ ਵਾਪਸ ਦਿਓ। ਸਰਕਾਰ ਨੇ ਆਖਿਆ ਸੀ ਵਾਪਸ ਦੇ ਦਿੱਤੇ ਨੇ, ਤੁਸੀਂ ਸਾਨੂੰ ਲਿਸਟ ਦਿਓ ਜਿਹੜਾ ਚੀਜ਼ ਅੱਜ ਤੱਕ ਤੁਹਾਨੂੰ ਨਹੀਂ ਮਿਲੀ। ਉਹ ਲਿਸਟ ਅੱਜ ਤੱਕ ਨਹੀਂ ਦਿੱਤੀ, ਤੇ ਜਿਹੜੇ ਸਰਕਾਰ ਨੇ ਵਾਪਸ ਕੀਤੇ ਸੀ ਉਹਦੀ ਇਨਕੁਆਇਰੀ ਕਮੇਟੀ ਬਣੀ ਸੀ, ਉਹਦੀ ਰਿਪੋਰਟ ਕਿੱਥੇ ਆ? 267 ਸਰੂਪਾਂ ਦੇ ਵਿੱਚ ਵੀ ਜਿਹੜਾ ਹੈ ਦੇਰੀ ਕਿਉਂ ਹੋ ਰਹੀ ਹੈ? ਜੇ ਗੁਰੂ ਦੀ ਰਿਪੋਰਟ ਹੀ ਲੇਟ ਹੋ ਜਾਏਗੀ ਤਾਂ ਫਿਰ ਅਸੀਂ ਕੀ ਕਰੇਗੀ ਸਰਕਾਰ? ਮੈਨੂੰ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਉਹ ਚੀਜ਼ਾਂ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਬੜੇ ਸੀਰੀਅਸ ਇੰਪੈਕਟ ਹੋਣਗੇ, ਕਿਉਂਕਿ 2015-16 ਦੇ ਵਿੱਚ ਬਰਗਾੜੀ ਹੋਇਆ, ਬਹਿਬਲ ਕਲਾਂ ਹੋਇਆ, ਇਹ ਵੀ ਉਸੇ ਵਕਤ ਦਾ ਹੀ ਮਾਮਲਾ ਹੈ। ਕਿਤੇ ਇਹਦੇ ਲਿੰਕ ਤੇ ਨਹੀਂ ਜੁੜਦੇ ਪਏ। ਜਦੋਂ ਰਿਪੋਰਟ ਆਏਗੀ ਸਾਹਮਣੇ ਆਏਗੀ, ਪਰ ਮੈਨੂੰ ਉਮੀਦ ਘੱਟ ਹੈ ਰਿਪੋਰਟ ਆਉਣ ਦੀ। ਰਿਪੋਰਟ ਤੋਂ ਸਹਿਮਤ ਹੋ? ਹਾਂਜੀ, ਰਿਪੋਰਟ ਤੁਹਾਨੂੰ ਲੱਗਦਾ ਸਹਿਮਤੀ ਵਾਲੀ ਬਣੇਗੀ? ਸੰਗਤ ਦੀ ਸਹਿਮਤੀ ਦੀ ਰਿਪੋਰਟ ਬਣੇਗੀ? ਦੇਖੋ ਇਹ ਸੰਗਤ ਫੈਸਲਾ ਕਰੇਗੀ। ਜਦੋਂ ਮਾਫੀ ਦਿੱਤੀ ਗਈ ਸੀ ਉਦੋਂ ਇਹਨਾਂ ਨੇ ਸਾਨੂੰ ਬੜੇ ਸਬਕ ਦਿਖਾਏ ਸੀਗੇ ਕਿ ਇਹ ਉਹਨੇ ਮਾਫੀ ਮੰਗੀ ਆ। ਇਹ ਤਾਂ ਬਾਅਦ 'ਚ ਪਤਾ ਲੱਗਾ ਕਿ ਮਾਫੀ ਤਾਂ ਉਹਨੇ ਮੰਗੀ ਨਹੀਂ ਸੀ, ਇੱਥੋਂ ਦੇ ਟਾਈਪਰਾਈਟਰ ਤੇ ਮਾਫੀਨਾਮਾ ਟਾਈਪ ਹੋਇਆ ਸੀਗਾ। ਸੋ ਮੈਂ ਸਮਝਦਾ ਕਿ ਇਹ ਰਿਪੋਰਟ ਜਦੋਂ ਆਏਗੀ ਇਹ ਸੰਗਤ ਉਸ ਵੇਲੇ ਹੀ ਫੈਸਲਾ ਦੇ ਸਕਦੀ। ਅੱਜ ਅਸੀਂ ਪ੍ਰੀਐਮਪਟ ਕਰ ਲਈਏ, ਕਿਉਂ ਕਰ ਲਈਏ? ਹੋ ਸਕਦਾ ਰਿਪੋਰਟ ਠੀਕ ਆ ਜਾਵੇ, ਕੋਈ ਨਾ ਕੋਈ ਗੁਰੂ ਦਾ ਦਰਦ ਜਿਹਨੂੰ ਹੋਵੇ ਉਹ ਆਪਣੀ ਕਲਮ ਚਲਾ ਜਾਵੇ। ਪਰ ਤੁਸੀਂ ਸਮਝਦੇ ਹੋ ਕਿ ਜਿਹੜੇ 267 ਸਰੂਪ ਜਿਹੜੇ ਮਹਾਰਾਜ ਦੇ ਜਿਹੜੇ ਖੁਰਦ-ਬੁਰਦ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਹੈਗਾ ਕਿ ਸਿਰਸੇ ਨਾਲ ਤਾਰ ਜੁੜੇ, ਜਿਹੜਾ ਡੇਰਾ ਮੁਖੀ ਦੇ ਨਾਲ ਤਾਰ ਜੁੜੇ ਹੋ ਸਕਦੇ ਜੀ? ਇਹ 100% ਇਹ ਡੇਰਿਆਂ ਨੂੰ ਗਏ ਨੇ ਸਰੂਪ। ਇਹ ਇੰਨੇ ਸਰੂਪ ਕਿੱਥੇ ਚਲੇ ਗਏ? ਇਹ ਜਿਨ੍ਹਾਂ ਨੂੰ ਬੈਨ ਲਾਇਆ ਹੋਇਆ ਸੀਗਾ ਕਿ ਉਹਨਾਂ ਨੂੰ ਸਰੂਪ ਨਹੀਂ ਦੇਣੇ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਹੀ ਆਖਦੇ ਪਏ ਨੇ ਕਿ ਬਈ ਅਸੀਂ ਜਿਹੜੇ ਮਨਾ ਕੀਤੇ ਸੀ ਜਿਨ੍ਹਾਂ ਡੇਰਿਆਂ ਨੂੰ ਸਰੂਪ ਦੇਣ ਲਈ, ਉਹਨਾਂ ਨੂੰ ਸਰੂਪ ਦਿੱਤੇ ਗਏ ਨੇ। ਹਰਿਆਣੇ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਪ੍ਰਧਾਨ ਬਣ ਗਏ ਨੇ, ਕਿਸ ਤਰ੍ਹਾਂ ਦੇਖਦੇ ਹੋ ਉਹਨੂੰ? ਅਗਰ ਕਮੇਟੀ ਦੀ ਅਗਰ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ, ਦੇਖੋ ਧਾਰਮਿਕ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਪਤਨ ਸ਼ੁਰੂ ਹੋ ਚੁੱਕਾ। ਪੋਲੀਟੀਕਲ ਇਲੈਕਸ਼ਨਾਂ 'ਚ ਪਹਿਲੇ ਹੋਇਆ ਸੀ 2019 'ਚ ਹਾਰੇ ਸਾਰੇ MP ਵੱਡੇ ਵੱਡੇ ਧੁਰੰਦਰ ਮੀਆਂ ਬੀਵੀ ਜਿੱਤੇ ਸੀਗੇ। ਉਸ ਤੋਂ ਪਹਿਲੇ 2017 'ਚ ਤੀਜੇ ਨੰਬਰ ਤੇ ਗਏ ਹੈ ਵਿਧਾਨ ਸਭਾ ਚੋਣਾਂ 'ਚ। ਸੈਕਿੰਡ ਆਪੋਜੀਸ਼ਨ ਵੀ ਰਹੀ। 100ਵੇਂ ਸਾਲ 'ਚ ਅਸੀਂ ਐਂਟਰ ਕਰ ਚੁੱਕੇ ਹਾਂ। ਅਕਾਲੀ ਦਲ ਦਾ ਜਨਮ 1920 'ਚ ਹੋਇਆ ਸੀਗਾ। ਹੁਣ ਧਾਰਮਿਕ ਇਲੈਕਸ਼ਨਾਂ ਦੇ ਵਿੱਚ ਹਰਿਆਣੇ ਹਾਰੇ ਨੇ, ਦਾਦੂਵਾਲ ਜਿੱਤੇ ਨੇ, ਦਿੱਲੀ ਦੀ ਵਾਰੀ ਹੈ, ਸ਼੍ਰੋਮਣੀ ਕਮੇਟੀ ਦੀ ਵਾਰੀ ਹੈ। ਮੈਂ ਸਮਝਦਾ ਕਿ ਇਹਨਾਂ ਦਾ ਪਤਨ ਹੁਣ ਧਾਰਮਿਕ ਇਲੈਕਸ਼ਨਾਂ ਦੇ ਵਿੱਚ ਵੀ ਹੋ ਰਿਹਾ। ਸਮਝਦੇ ਹੋ ਕਿ ਦਿੱਲੀ ਚੋਣਾਂ ਟਾਈਮ ਸਿਰ ਹੋ ਜਾਣਗੀਆਂ? ਕਿਉਂਕਿ ਤੁਸੀਂ ਤਾਂ ਕਾਫੀ ਲੰਬੇ ਸਮੇਂ ਤੋਂ ਪ੍ਰੋਗਰੈਸ ਕਰ ਰਹੇ ਹੋ ਕਿ ਆ ਫਰਵਰੀ ਦੇ ਵਿੱਚ ਚੋਣਾਂ ਹੋ ਜਾਣਗੀਆਂ।
ਕੋਸ਼ਿਸ਼ ਹੈ ਇਹਨਾਂ ਦੀ ਕੋਈ ਨਾ ਕੋਈ ਕੋਰਟ ਕਚਹਿਰੀ ਕਰਕੇ ਡਿਲੇ ਕਰਨ ਦੀ, ਪਰ ਮੇਰਾ ਖਿਆਲ ਹੈ ਕਿ ਇੱਕ ਵਾਰੀ ਪ੍ਰੋਸੈਸ ਸ਼ੁਰੂ ਹੋ ਜਾਏ, ਸੁਪਰੀਮ ਕੋਰਟ ਦੀ ਇੱਕ ਰੂਲਿੰਗ ਹੈ ਕਿ ਫਿਰ ਡਿਲੇ ਹੁੰਦੀ ਨਹੀਂ, ਪਰ ਇਹ ਕਿਸੇ ਨਾ ਕਿਸੇ ਬਹਾਨੇ ਨਾਲ ਕਿਸੇ ਦੇ ਥਰੂ ਕੋਰਟ ਕਚਹਿਰੀ ਕਰਕੇ, ਕਿਉਂਕਿ ਸਾਹ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ ਹੁਕਮ ਕੀਤਾ ਸੀ ਕਿ 2022 ਤੋਂ ਪਹਿਲੇ ਚੋਣਾਂ ਨਾ ਹੋਣ ਦਿਓ। ਹੁਣ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਆਉਣ ਵਾਲਾ ਸਮਾਂ ਦੱਸੇਗਾ। ਯਾਨੀ ਇਕਬਾਲ ਸਿੰਘ ਹਣਾ ਵੱਲੋਂ ਆਖਿਆ ਗਿਆ ਹੈ ਜਿਹੜੇ ਕਿ ਧਾਰਮਿਕ ਸ਼ਬਦਾਂ ਦੀ ਜਿਹੜਾ ਉਹਨੇ ਉਲਟ-ਫੇਰ ਕੀਤਾ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜਿਹੜੀ ਇਕਬਾਲ ਸਿੰਘ ਜਥੇਦਾਰ ਗਿਆਨੀ ਇਕਬਾਲ ਸਿੰਘ ਹੋਰਾਂ ਨੇ, ਦੇਖੋ ਇਹ ਦਸਮ ਗ੍ਰੰਥ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਕੌਮ ਦੇ ਵਿੱਚ ਦੁਬਦਾ ਹੈਗੀ ਹੈ। ਮੈਂ ਜਥੇਦਾਰ ਅਕਾਲ ਤਖਤ ਸਾਹਿਬ ਹੋਰਾਂ ਨੂੰ ਚਿੱਠੀ ਲਿਖੀ ਹੈ ਕਿ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਮਸਲਾ ਹੈ ਇਹ ਅੜਿਆ ਹੋਇਆ ਹੈ, ਕੌਮ ਡਿਵਾਈਡਡ ਹੈ, ਤਾਂ ਉਹਦਾ ਫੈਸਲਾ ਹੋਣਾ ਚਾਹੀਦਾ। ਬੁੱਧੀਜੀਵੀਆਂ ਦੀ ਕਮੇਟੀ ਬਣਨ ਔਰ ਜਿਹੜੇ ਅਸੀਂ ਸਾਡੀ ਕਸਵੱਟੀ ਚੁੱਤਰ ਦੀਆਂ ਗੱਲਾਂ ਉਹਨਾਂ ਨੂੰ ਪ੍ਰਮਾਣਗੀ ਦਿੱਤੀ ਜਾਵੇ, ਬਾਕੀਆਂ ਨੂੰ ਛੱਡਿਆ ਜਾਵੇ। ਇਹ ਫੈਸਲਾ ਵੀ ਅਕਾਲ ਤਖਤ ਸਾਹਿਬ ਕਰੇ। ਪੰਜਾਬ 'ਚ ਅੱਜਕੱਲ੍ਹ ਅਕਾਲੀ ਦਲ ਬਹੁਤ ਸਰਗਰਮ ਹੈ। ਬਿਲਕੁਲ ਸਰਗਰਮ ਹੈ। ਉਹ ਜਿੱਦਾਂ ਪੁਰਾਣੇ ਜ਼ਮਾਨੇ 'ਚ ਸਟੀਮ ਇੰਜਨ ਨਹੀਂ ਦੇਖਦੇ ਸੀ ਰੇਲਵੇ ਦਾ ਕਿ ਰੇਸ ਦਿੰਦੇ ਸੀ, ਚੱਕੇ ਘੁੰਮ ਜਾਂਦੇ ਸੀਗੇ। ਸਰਗਰਮ ਸੰਗਤ ਨਾਲ ਤੁਰੇ ਤਾਂ ਮੈਂ ਉਹਦੀ ਸਰਗਰਮੀ ਮੰਨਾਂਗਾ। ਆਪਸ 'ਚ ਇਕੱਠੇ ਹੋ ਕੇ ਵਰਕਰਾਂ ਨੇ ਅਗਰ ਜਿੰਦਾਬਾਦ ਮੁਰਦਾਬਾਦ ਕਰਨੀ ਹੈ ਤੇ ਉਹ ਮੈਂ ਨਹੀਂ ਕਹਿ ਸਕਦਾ। ਹਾਂ ਇਹ ਗੱਲ ਹੈ ਕਿ ਜਿਹੜੀ ਇਲੈਕਸ਼ਨਸ ਕੈਪਟਨ ਨੇ ਗੁਟਕਾ ਫੜ ਕੇ ਸਹੁੰ ਚੁੱਕੀ ਸੀਗੀ 2017 'ਚ, ਤੇ ਜੇ ਅਕਾਲੀ ਦਲ ਸਰਗਰਮ ਹੁੰਦਾ 19 'ਚ ਉਹਦਾ ਰਿਜ਼ਲਟ ਮਿਲਣਾ ਚਾਹੀਦਾ ਸੀ ਨਾ। 19 'ਚ ਇਹਨਾਂ ਨੂੰ ਰਿਜ਼ਲਟ ਕਿਉਂ ਨਹੀਂ ਮਿਲਿਆ? ਲੋਕੀ ਨਾਲ ਨਹੀਂ ਆਏ, ਕੈਪਟਨ ਨਾਲ ਨਾਰਾਜ਼ ਸੀਗੇ, ਫਿਰ ਵੀ ਵੋਟਾਂ ਪਾ ਗਏ ਉਸਨੂੰ। ਸੋ ਇਸ ਕਰਕੇ ਹਲੇ ਇਹਨਾਂ ਦੀ ਸਰਗਰਮੀ ਅੰਦਰ ਹੈ ਪਾਰਟੀ ਦੇ ਜਾਂ ਆਪਣੇ ਵਰਕਰਾਂ 'ਚ ਹੈਗੀ ਹੈ, ਸੰਗਤ 'ਚ ਨਹੀਂ ਹੈ। ਆਖਰੀ ਸਵਾਲ ਆ, ਮਨਜੀਤ ਸਿੰਘ ਜੀਕੇ ਕਿਆ 2022 ਦੀ ਚੋਣਾਂ ਦੇ ਵਿੱਚ ਰਾਜਨੀਤਿਕ ਸਰਗਰਮੀ ਪੂਰੀ ਰੱਖਣਗੇ ਆਪਣੀ? ਜਿਹੜੀ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਵੀ ਹੋਣਗੀਆਂ ਅਸੀਂ ਉਹਦੇ 'ਚ ਕੋਈ ਆਪਣਾ ਪਾਰਟ ਤੇ ਨਹੀਂ ਲਵਾਂਗੇ। ਸਾਰ ਸੁਖਬੀਰ ਸਿੰਘ ਢੀਂਡਸਾ ਹੋਰਾਂ ਨੇ ਜਿਹੜੀ ਪਾਰਟੀ ਬਣਾਈ ਹੈ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ, ਉਹਨਾਂ ਦੇ ਨਾਲ ਚੱਲਾਂਗੇ। ਆਪ ਲੜੋਗੇ? ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਮਤਲਬ ਢੀਂਡਸਾ ਗਰੁੱਪ ਦੇ ਨਾਲ ਆਓਗੇ? ਉਹਨਾਂ ਦੀ ਸਪੋਰਟ ਕਰਾਂਗੇ ਅਸੀਂ। ਸਿਆਸਤ ਦੇ ਵਿੱਚ ਉੱਥੇ ਆਓਗੇ? ਹਾਂਜੀ ਬਿਲਕੁਲ, ਸਿਆਸਤ ਦੇ ਵਿੱਚ ਪੂਰਾ ਪਾਰਟ ਲਵਾਂਗੇ। तो ਅਸੀਂ ਸਰਦਾਰ ਮਨਜੀਤ ਸਿੰਘ ਜੀਕੇ ਜਿਨ੍ਹਾਂ ਨਾਲ ਅੱਜ ਅਸੀਂ ਚਰਚਾ ਕੀਤੀ ਹੈ ਤੇ 267 ਪਾਵਨ ਸਰੂਪਾਂ ਦੇ ਮਾਮਲੇ 'ਚ ਉਹਨਾਂ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਤੇ ਨਾਲ ਦਸ਼ਮ ਗ੍ਰੰਥ ਦੇ ਵਿੱਚ ਜਿਸ ਤਰ੍ਹਾਂ ਕੁਝ ਗੱਲਾਂ ਨੇ ਜਿਹਨੂੰ ਲੈ ਕੇ ਕੰਟਰੋਵਰਸੀ ਹੁੰਦੀ ਹੈ, ਉਹਨਾਂ ਦਾ ਆਖਣਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ 'ਚ ਬੁੱਧੀਜੀਵੀਆਂ ਦੀ ਕਮੇਟੀ ਬਣਾ ਕੇ ਕੋਈ ਹੱਲ ਕਰਨਾ ਚਾਹੀਦਾ ਜਿਹਦੇ ਨਾਲ ਕਿ ਕੌਮ 'ਚ ਦੁਵਿਧਾ ਖਤਮ ਹੋ ਸਕੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।